Hello students and welcome again to my channel. So students, already we are doing the first chapter, motion in a straight line. So ਅੱਗੇ next ਆਪਣੇ ਕੋਲ ਟੌਪਿਕ ਹੈਗਾ motion along a straight line. Motion along a straight line. Straight line ਦੇ along move ਕਰਦਾ ਪਿਆ ਕੋਈ object, ਠੀਕ ਹੈ, ਉਹਦੀ motion ਨੂੰ ਆਪਾਂ study ਕਰਨਾ ਆ, ਠੀਕ। ਇਹੋ ਜੀ object ਦੀ motion ਨੂੰ ਆਪਾਂ ਕੀ ਕਹਿੰਦੇ ਆ, rectilinear motion. Rectilinear motion. ਸੋ ਜਦੋਂ ਆਪਣੇ ਕੋ ਕੋਈ ਆਬਜੈਕਟ ਉਹਦੀ ਮੋਸ਼ਨ ਸਟ੍ਰੇਟ ਲਾਈਨ ਦੇ ਅਲੋਂਗ ਹੋਵੇ ਤੇ ਉਹੋ ਜੀ ਮੋਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਆ, ਰੈਕਟੀਲੀਨੀਅਰ ਮੋਸ਼ਨ ਕਹਿ ਦਿੰਦੇ ਆ, ਠੀਕ ਹੈ। ਨੈਕਸਟ ਅੱਗੇ ਆਪਣੇ ਕੋ ਪਾਥ ਲੈਂਥ, ਇਹਦੇ ਵਿੱਚ ਆਪਾਂ ਸਟੱਡੀ ਕਰਨਾ ਪਾਥ ਲੈਂਥ ਕੀ ਹੁੰਦੀ ਹੈ। ਮੋਸ਼ਨ ਜਿਹੜੀ ਆਪਾਂ ਹੁਣ ਸਟ੍ਰੇਟ ਲਾਈਨ ਦੇ ਅਲੋਂਗ ਹੀ ਜਿਹੜੀ ਆ ਪੜ ਰਹੇ ਆ, ਪਰ ਵੱਖਰੀ ਵੱਖਰੀ ਆਪਾਂ ਕੁਆਂਟੀਟੀਜ਼ ਦੇ ਬਾਰੇ ਜਿਹੜਾ ਸਟੱਡੀ ਕਰਨਾ ਹੁਣ। ਪਾਥ ਲੈਂਥ ਕੀ ਹੁੰਦੀ ਹੈ? that is the distance covered by the object in a given time. Distance covered by the object in a given time. given time ਦੇ ਵਿੱਚ ਕਿੰਨਾ object distance move ਕਰਦਾ ਆ, that is called path length. ਪਾਥ ਲੈਂਥ ਤੋਂ ਪਤਾ ਲੱਗਣ ਨਹੀਂ ਡਿਆ ਸਟੂਡੈਂਟਸ ਆਪਾਂ ਨੂੰ ਵੀ ਪਾਥ ਮਤਲਬ ਹੁੰਦਾ ਰਸਤਾ ਤੇ ਲੈਂਥ ਹੋ ਗਿਆ ਉਹਦੀ ਲੰਬਾਈ, ਵੀ ਰਸਤੇ ਦੀ ਲੰਬਾਈ ਜਿਹੜੀ ਕਿੰਨੀ ਹੈਗੀ ਆ, ਉਹ ਜਿੰਨਾ ਡਿਸਟੈਂਸ ਮੂਵ ਕਰਦਾ ਹੈ ਕਿੰਨੇ ਟਾਈਮ ਦੇ ਵਿੱਚ, ਠੀਕ ਹੈ, ਕਿਸੇ ਟਾਈਮ ਦੇ ਵਿੱਚ, ਉਹ ਆਪਾਂ ਕੀ ਕਹਿ ਦੀਦਾ ਵੀ ਪਾਥ ਲੈਂਥ ਹੈ ਉਹਦੀ, ਠੀਕ। ਸਪੋਜ਼ ਕਰ ਲਓ ਵੀ ਆਪਣੇ ਕੋ ਸਟ੍ਰੇਟ ਲਾਈਨ ਆ ਐਕਸ ਐਕਸਿਸ ਆਪਾਂ ਅਸਿਊਮ ਕਰ ਲੈਂਦੇ ਆ, ਠੀਕ ਹੈ। ਸੋ ਇਹਦੇ ਅਲੋਂਗ ਕੋਈ ਆਬਜੈਕਟ ਮੂਵ ਕਰ ਰਿਹਾ ਆ, ਪਹਿਲਾਂ t ਟਾਈਮ ਦੇ ਉੱਤੇ, ਇਸ t = 0 ਟਾਈਮ ਦੇ ਉੱਤੇ ਆਪਣੇ ਕੋ ਆਬਜੈਕਟ ਕਿੱਥੇ ਸੀ, ਓਰੀਜਨ ਦੇ ਉੱਤੇ, O ਦੇ ਉੱਤੇ, ਠੀਕ ਹੈ। ਕੁਝ ਸਮੇਂ ਬਾਅਦ ਆਬਜੈਕਟ ਕਿੱਥੇ ਪਹੁੰਚ ਜਾਂਦਾ ਆ, ਇੱਥੇ ਆਪਣੇ ਕੋ A ਪੁਆਇੰਟ ਦੇ ਉੱਤੇ ਪਹੁੰਚ ਜਾਂਦਾ ਆ। ਕਿੰਨੇ ਟਾਈਮ ਦੇ ਉੱਤੇ? ਉਹ ਟਾਈਮ ਆ ਗਿਆ t1 ਟਾਈਮ ਦੇ ਉੱਤੇ ਆਬਜੈਕਟ ਕਿੱਥੇ ਆ ਗਿਆ, A ਪੁਆਇੰਟ ਦੇ ਉੱਤੇ ਪਹੁੰਚ ਗਿਆ, ਠੀਕ। ਸੋ ਕਿੰਨਾ ਡਿਸਟੈਂਸ ਉਹਨੇ ਕਵਰ ਕੀਤਾ ਇੱਥੋਂ ਤੱਕ, ਠੀਕ ਹੈ, ਉਹ ਡਿਸਟੈਂਸ ਆਪਣੇ ਕੋ ਆ ਗਿਆ x1। ਕੰਸੀਡਰ ਕਰ ਲਿਆ ਵੀ ਇੰਨਾ ਡਿਸਟੈਂਸ ਉਹਨੇ t1 ਟਾਈਮ ਦੇ ਵਿੱਚ ਕਵਰ ਕਰ ਲਿਆ। ਓਕੇ ਸਟੂਡੈਂਟਸ, ਹੁਣ ਉਹ ਆਬਜੈਕਟ ਫੇਰ ਵਾਪਸ ਪਿੱਛੇ ਜਾਂਦਾ ਆ ਤੇ t2 ਟਾਈਮ ਦੇ ਉੱਤੇ, ਠੀਕ ਹੈ, ਉਹ ਕਿੱਥੇ ਪਹੁੰਚ ਜਾਂਦਾ, B ਪੁਆਇੰਟ ਦੇ ਉੱਤੇ। ਸੋ ਹੁਣ ਉਹਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ, A ਤੋਂ B ਵੱਲ ਵਾਪਸ ਆਉਣ ਲੱਗਿਆ ਕਿੰਨਾ ਡਿਸਟੈਂਸ ਕਵਰ ਕੀਤਾ, x2 ਜਿਹੜਾ ਡਿਸਟੈਂਸ ਕਵਰ ਕਰ ਲਿਆ, ਠੀਕ। ਇਸੇ ਤਰ੍ਹਾਂ ਹੁਣ ਉਹ ਫੇਰ ਜਿਹੜਾ ਕੀ ਆ, ਕੁਛ ਟਾਈਮ ਦੇ ਬਾਅਦ, ਕਿੰਨੇ ਟਾਈਮ ਦੇ ਉੱਤੇ, ਟਾਈਮ t3 ਦੇ ਉੱਤੇ B ਤੋਂ ਕਿੱਥੇ ਪਹੁੰਚ ਗਿਆ, O ਪੁਆਇੰਟ ਦੇ ਉੱਤੇ ਵਾਪਸ ਪਹੁੰਚ ਗਿਆ, ਠੀਕ ਹੈ। ਕਿੰਨੇ ਟਾਈਮ ਦੇ ਉੱਤੇ, t3 ਟਾਈਮ ਦੇ ਉੱਤੇ ਉਹ ਆਪਣੇ ਕੋ ਵਾਪਸ ਕਿੱਥੇ ਆ ਗਿਆ, O ਪੁਆਇੰਟ ਦੇ ਉੱਤੇ ਵਾਪਸ ਆ ਗਿਆ। ਕਿੰਨਾ ਡਿਸਟੈਂਸ ਕਵਰ ਕੀਤਾ ਉਹਨੇ, x3 ਆਪਾਂ ਅਸਿਊਮ ਕਰ ਲੈਂਦੇ ਆ, ਠੀਕ ਹੈ ਸਟੂਡੈਂਟਸ, ਸਮਝ ਲੱਗ ਗਈ ਦੀ। ਸੋ ਹੁਣ ਉਹਨੇ ਟੋਟਲ ਕਿੰਨਾ ਡਿਸਟੈਂਸ ਕਵਰ ਕੀਤਾ, ਟੋਟਲ ਡਿਸਟੈਂਸ ਕਿੰਨਾ ਕਵਰ ਕੀਤਾ, ਠੀਕ ਹੈ। ਯਾਨੀ ਕਿ ਟੋਟਲ ਡਿਸਟੈਂਸ ਕਵਰ ਕਰਨ ਦਾ ਮਤਲਬ ਵੀ ਉਹਨੇ ਟੋਟਲ ਪਾਥ ਲੈਂਥ ਜਿਹੜੀ ਆ ਕਿੰਨੀ ਕਵਰ ਹੋਈ। ਦੇਖੋ t1 ਟਾਈਮ ਦੇ ਵਿੱਚ ਉਹਨੇ x1 ਕਵਰ ਕੀਤੀ ਸੀ, t2 ਅੱਗੇ t1 ਤੋਂ ਲੈ ਕੇ t2 ਟਾਈਮ ਦੇ ਵਿੱਚ ਉਹਨੇ x2 ਕਵਰ ਕੀਤੀ, ਠੀਕ ਹੈ। ਇਹਦਾ ਮਤਲਬ ਕਿ t2 ਟਾਈਮ ਤੱਕ ਉਹਨੇ ਕਿੰਨਾ ਆਪਣੇ ਕੋਲ ਡਿਸਟੈਂਸ ਕਵਰ ਕਰ ਲਿਆ ਸੀ, x1 + x2, ਠੀਕ ਹੈ। ਫਿਰ ਉਹਨੇ t3 ਟਾਈਮ ਤੱਕ x3 ਹੋਰ ਡਿਸਟੈਂਸ ਕਵਰ ਕਰ ਲਿਆ ਤੇ ਟੋਟਲ ਡਿਸਟੈਂਸ ਕਿੰਨਾ ਹੋ ਗਿਆ, x1 + x2 + x3,
x3 x1 किन्ना ही OA प्लस x2 AB प्लस x3 किन्ना BO ਦੇ ਬਰਾਬਰ। सो इन्ना उन्हें डिस्टेंस जिहड़ा कवर कीता that represents the path length जिहड़ा उन्हें path जिन्ना कवर कीता आ ਉਹਦੀ length ਇੰਨੀ ਆ ਗਈ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ path length ਕਹਿ ਦਿੰਦੇ ਆ। ਠੀਕ ਹੈ, ਸੋ path length ਕੀ ਹੋ ਗਈ ਆਪਣੇ ਕੋ distance ਹੀ ਹੋ ਜਾਂਦਾ ਜਿਹਨੂੰ ਆਪਾਂ distance ਕਹਿ ਦਿੰਦੇ। ਠੀਕ, ਸੋ ਇਹ ਆਪਣੇ ਕੋ physical quantity ਇੱਕ ਨਵੀਂ ਆ ਗਈ ਆਪਣੇ ਕੋ distance ਜਿਹੜੀ ਆਪਾਂ ਜਿਹਨੂੰ ਆਪਾਂ path length ਵੀ ਕਹਿ ਦਿੰਦੇ ਆ। ਓਕੇ ਸਟੂਡੈਂਟਸ, ਸੋ ਨੈਕਸਟ ਆਪਣੇ ਕੋ ਅੱਗੇ ਟੌਪਿਕ ਹੈਗਾ ਆ displacement। ਨੈਕਸਟ ਹੈਡਿੰਗ ਪਾਓ displacement। displacement ਕੀ ਹੁੰਦਾ ਹੈ? ਸੋ distance covered by the object in a particular direction ਕੋਈ ਇੱਕ ਡਾਇਰੈਕਸ਼ਨ ਦੇ ਵਿੱਚ ਜਿਹੜਾ distance cover ਕੀਤਾ ਜਾਵੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ displacement ਕਹਿ ਦਿੰਦੇ ਆ। ਸੋ displacement ਜਿਹੜਾ ਆ ਇਹ ਇੱਕ ਵੈਕਟਰ ਕੁਆਂਟੀਟੀ ਆ। ਵੈਕਟਰ ਕੁਆਂਟੀਟੀ ਕੀ ਹੁੰਦੀ ਆ? ਜਿਹਦੀਆਂ ਮੈਗਨੀਚਿਊਡ ਵੀ ਹੋਵੇ ਤੇ ਡਾਇਰੈਕਸ਼ਨ ਵੀ ਹੋਵੇ। ਮੈਗਨੀਚਿਊਡ ਦਾ ਕੀ ਮਤਲਬ ਵੀ ਉਹਦੀ ਵੈਲਿਊ ਕੋਈ ਨਾ ਕੋਈ ਜਿਹੜੀ ਆ ਹੋਣੀ ਚਾਹੀਦੀ ਹੈ। ਮੈਗਨੀਚਿਊਡ ਪਲੱਸ ਡਾਇਰੈਕਸ਼ਨ ਮਤਲਬ ਕਿ ਉਹਦੀ ਇੱਕ ਸਪੈਸੀਫਿਕ ਡਾਇਰੈਕਸ਼ਨ ਹੋਵੇ ਤੇ ਆਪਾਂ ਕਹਿੰਦੇ ਆ ਵੀ ਇਹ ਡਾਇਰੈਕਸ਼ਨਲ ਕੁਆਂਟੀਟੀ ਆ। ਠੀਕ ਹੈ, ਜੇ ਇੱਕ ਤੋਂ ਵੱਧ ਜਾਵੇ ਤੇ ਫਿਰ ਉਹ ਡਾਇਰੈਕਸ਼ਨਲ ਕੁਆਂਟੀਟੀ ਨਹੀਂ ਰਹਿੰਦੀ, ਫਿਰ ਉਹ ਕਹਿੰਦੇ ਵੀ ਵੈਕਟਰ ਕੁਆਂਟੀਟੀ ਨਹੀਂ ਹੈਗੀ। ਸੋ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਫਿਜ਼ੀਕਲ ਕੁਆਂਟੀਟੀ ਦੇ ਵਿੱਚ, ਇੱਕ ਮੈਗਨੀਚਿਊਡ ਤੇ ਇੱਕ ਡਾਇਰੈਕਸ਼ਨ, ਤੇ ਫਿਰ ਉਹਨੂੰ ਫਿਜ਼ੀਕਲ ਕੁਆਂਟੀਟੀ ਨੂੰ ਆਪਾਂ ਕਹਿੰਦੇ ਵੀ ਇਹ ਕਿਹੜੀ ਫਿਜ਼ੀਕਲ ਕੁਆਂਟੀਟੀ ਆ? ਵੈਕਟਰ ਕੁਆਂਟੀਟੀ ਆ। ਠੀਕ ਹੈ, ਸੋ ਜੇ ਆਪਣੇ ਕੋ ਇੱਕੋ ਹੀ ਆ ਮੈਗਨੀਚਿਊਡ ਹੀ ਆ ਇਕੱਲਾ ਉਹਦਾ ਤੇ ਫਿਰ ਇਹਦਾ ਮਤਲਬ ਉਹ ਕੀ ਬਣ ਜਾਂਦੀ ਆ? ਸਕੇਲਰ ਬਣ ਜਾਂਦੀ। ਠੀਕ, ਸਮਝ ਲੱਗੀ ਕਿ ਨਹੀਂ? ਸੋ ਉਹਦੀ ਡਾਇਰੈਕਸ਼ਨ ਨਹੀਂ ਹੁੰਦੀ। ਸਕੇਲਰ ਕੁਆਂਟੀਟੀ ਦੀ ਸਿਰਫ ਜਿਹੜੀ ਆ ਮੈਗਨੀਚਿਊਡ ਹੀ ਹੁੰਦਾ ਆ, ਉਹਦੀ ਡਾਇਰੈਕਸ਼ਨ ਜਿਹੜੀ ਨਹੀਂ ਹੁੰਦੀ। ਠੀਕ ਹੈ, ਉਹਨੂੰ ਆਪਾਂ ਇਹੋ ਜਿਹੀਆਂ ਫਿਜ਼ੀਕਲ ਕੁਆਂਟੀਟੀਜ਼ ਨੂੰ ਕਹਿੰਦੇ ਆ ਵੀ ਇਹ ਸਕੇਲਰ ਕੁਆਂਟੀਟੀਜ਼ ਹੈ ਜਿਨ੍ਹਾਂ ਦਾ ਇੱਕੋ ਸਿਰਫ ਮੈਗਨੀਚਿਊਡ ਹੀ ਹੁੰਦਾ ਹੈ। ਸੋ ਸਪੈਸੀਫਿਕ ਡਾਇਰੈਕਸ਼ਨ ਨਹੀਂ ਹੁੰਦੀ। ਠੀਕ, ਓਕੇ, ਗੱਲ ਕਲੀਅਰ ਹੋ ਗਈ। ਹੁਣ ਇਹਦੇ ਵਿੱਚ ਆਪਣੇ ਕੋ ਡਿਸਪਲੇਸਮੈਂਟ ਜਿਹੜੀ ਆ ਉਹ ਆਪਣੇ ਕੋ ਵੈਕਟਰ ਕੁਆਂਟੀਟੀ ਆ। ਡਿਸਪਲੇਸਮੈਂਟ ਕਿਹੜੀ ਕੁਆਂਟੀਟੀ ਆ? ਵੈਕਟਰ ਕੁਆਂਟੀਟੀ। ਠੀਕ, ਜਦ ਕਿ ਡਿਸਟੈਂਸ ਜਿਹੜੀ ਆ ਉਹ ਕਿਹੜੀ ਕੁਆਂਟੀਟੀ ਆ? ਉਹ ਸਕੇਲਰ ਆ। ਉਹਦਾ ਸਿਰਫ ਆਪਣੇ ਕੋ ਮੈਗਨੀਚਿਊਡ ਹੀ ਹੁੰਦਾ। ਠੀਕ, ਉਹਦੀ ਡਾਇਰੈਕਸ਼ਨ ਕੋਈ ਨਹੀਂ ਹੁੰਦੀ। ਉਹ ਕੀ ਆ ਆਪਣੇ ਕੋ? ਡਿਸਟੈਂਸ ਕੀ ਆ? ਪਾਥ ਲੈਂਥ ਹੈ ਨਾ, ਜਿੱਧਰ ਨੂੰ ਆਪਾਂ ਰਸਤਾ ਆਪਣਾ ਕਵਰ ਕਰੀ ਜਾਵਾਂਗੇ ਉਹਦੀ ਲੈਂਥ ਨੋਟ ਕਰੀ ਜਾਵਾਂਗੇ ਤੇ ਉਹ ਕੀ ਹੋ ਗਿਆ? ਡਿਸਟੈਂਸ ਹੋ ਗਿਆ। ਪਰ ਡਿਸਪਲੇਸਮੈਂਟ ਜਿਹੜਾ ਕੀ ਉਹ ਇੱਕ ਪਰਟੀਕੂਲਰ ਡਾਇਰੈਕਸ਼ਨ ਹੀ ਰਹਿਣੀ ਆ। ਉਹਦੇ ਵਿੱਚ ਡਾਇਰੈਕਸ਼ਨ ਚੇਂਜ ਨਹੀਂ ਆਪਾਂ ਕਰ ਸਕਦੇ, ਇੱਕੋ ਡਾਇਰੈਕਸ਼ਨ ਰਹਿਣੀ ਆ। ਠੀਕ, ਉਹਨੂੰ ਆਪਾਂ ਕੀ ਕਹਿੰਦੇ ਆ? ਡਿਸਪਲੇਸਮੈਂਟ ਕਹਿੰਦੇ ਆ। ਹੁਣ ਜੇ ਆਬਜੈਕਟ ਉਹ ਆਪਣੇ ਕੋ ਰਾਈਟ ਸਾਈਡ ਦੇ ਉੱਤੇ ਮੂਵ ਕਰਦਾ ਹੈ ਤੇ ਫਿਰ ਆਪਾਂ ਕਹਿੰਦੇ ਆ ਵੀ ਉਹ ਡਿਸਪਲੇਸਮੈਂਟ ਕੀ ਪੋਜ਼ਿਟਿਵ ਹੈ। ਠੀਕ ਹੈ, ਜੇ ਆਪਾਂ ਕਹਿੰਦੇ ਆ ਵੀ ਆਬਜੈਕਟ ਰਾਈਟ ਸਾਈਡ ਦੇ ਅਲੋਂਗ ਮੂਵ ਕਰਨ ਡਿਆ ਆ ਤੇ ਫਿਰ ਆਪਣੇ ਕੋ ਕੀ ਹੋਊਗਾ? ਉਹ ਡਿਸਪਲੇਸਮੈਂਟ ਪੋਜ਼ਿਟਿਵ, ਜਾਂ ਜਿਹੜੀ ਆਪਾਂ ਕਹਿ ਦਈਏ ਪੋਜ਼ਿਟਿਵ ਐਕਸ ਐਕਸਿਸ ਦੇ ਅਲੋਂਗ ਜਿਹੜਾ ਮੂਵ ਕਰਦਾ ਹੈ। ਠੀਕ ਹੈ, ਸੋ ਇਧਰਲੇ ਪਾਸੇ ਆਪਣੇ ਕੋ ਨੈਗੇਟਿਵ ਆ ਜਾਂਦੀਆਂ ਨਾ। ਠੀਕ ਹੈ, ਕੁਆਂਟੀਟੀਜ਼ ਆ ਵਿਚਕਾਰ ਆਪਣੇ ਕੋ ਕੀ ਹੁੰਦਾ? ਜ਼ੀਰੋ ਬਿਲਕੁਲ। ਠੀਕ, ਇਧਰਲੇ ਪਾਸੇ ਪੋਜ਼ਿਟਿਵ ਆ ਜਾਂਦੀਆਂ ਕੁਆਂਟੀਟੀਜ਼, ਇਧਰਲੇ ਪਾਸੇ ਕੀ ਆ ਜਾਂਦੀਆਂ? ਨੈਗੇਟਿਵ ਆ ਜਾਂਦੀਆਂ। ਜੇ ਆਪਣੇ ਕੋ ਆਬਜੈਕਟ ਲੈਫਟ ਹੈਂਡ ਸਾਈਡ ਵੱਲ ਮੂਵ ਕਰਦਾ ਆ, ਠੀਕ ਹੈ, ਮਤਲਬ ਉਹਦੀ ਡਾਇਰੈਕਸ਼ਨ ਕੀ ਹੋ ਗਈ? ਰਿਵਰਸ ਹੋ ਗਈ, ਤੇ ਉਹਨੂੰ ਆਪਾਂ ਕੀ ਕਹਿੰਦੇ ਆ ਵੀ ਉਹਦਾ ਡਿਸਪਲੇਸਮੈਂਟ ਫਿਰ ਆਪਾਂ ਨੈਗੇਟਿਵ ਲੈਂਦੇ ਆ। ਠੀਕ ਹੈ, ਸੋ ਜੇ ਰਾਈਟ ਹੈਂਡ ਸਾਈਡ ਵੱਲ ਮੂਵ ਕਰੇ ਤੇ ਡਿਸਪਲੇਸਮੈਂਟ ਪੋਜ਼ਿਟਿਵ ਹੋਊਗਾ, ਤੇ ਜੇ ਲੈਫਟ ਹੈਂਡ ਸਾਈਡ ਵੱਲ ਮੂਵ ਕਰੇ ਤੇ ਫਿਰ ਆਪਾਂ ਕੀ ਕਹਿੰਦੇ ਆ? ਨੈਗੇਟਿਵ ਹੋਊਗਾ। ਇਸੇ ਤਰ੍ਹਾਂ ਜੇ ਉੱਪਰ ਵੱਲ ਨੂੰ ਮੂਵ ਕਰੂਗਾ ਤੇ ਪੋਜ਼ਿਟਿਵ, ਜੇ ਨੀਚੇ ਵੱਲ ਨੂੰ ਮੂਵ ਕਰੂਗਾ ਤੇ ਫਿਰ ਨੈਗੇਟਿਵ। ਠੀਕ ਹੈ ਸਟੂਡੈਂਟਸ, ਸਮਝ ਲੱਗੀ? ਹੁਣ ਆਪਾਂ ਜਿਹੜੀ ਉਹ ਡਿਸਟੈਂਸ ਵਾਲੀ ਐਗਜ਼ਾਮਪਲ ਲਈ ਸੀ, ਠੀਕ ਹੈ, ਉਹਦੇ ਕੇਸ ਦੇ ਵਿੱਚ ਕੀ ਸੀ ਵੀ ਆਬਜੈਕਟ ਜਿਹੜਾ ਇੱਕ ਪੁਆਇੰਟ ਤੋਂ 0 ਤੋਂ ਇੱਥੋਂ ਸਟਾਰਟ ਹੁੰਦਾ t = 0 ਟਾਈਮ ਦੇ ਉੱਤੇ, ਤੇ x ਐਕਸਿਸ ਦੇ ਅਲੋਂਗ ਜਿਹੜਾ ਉਹ ਮੂਵ ਕਰਦਾ ਆ ਤੇ ਇੱਥੇ A ਪੁਆਇੰਟ ਦੇ ਉੱਤੇ ਪਹੁੰਚ ਜਾਂਦਾ ਕਿੰਨੇ ਟਾਈਮ ਦੇ ਵਿੱਚ? t1 ਟਾਈਮ ਦੇ ਵਿੱਚ। ਕਿੰਨਾ ਉਹਨੇ ਡਿਸਟੈਂਸ ਕਵਰ ਕੀਤਾ ਸੀ? x1। ਠੀਕ, ਇਹਦਾ ਮਤਲਬ ਡਿਸਪਲੇਸਮੈਂਟ ਉਹਦਾ ਜਿਹੜਾ ਆ
t1 टाइम दे विच कितना हो गया डिस्प्लेसमेंट इन t1 टाइम कितना हो गया दैट इज इक्वल टू x1 स्ट्रेट रहा ना ठीक है किते मुड़िया तो नहीं है ठीक है तो वो जड़ा की अपने को x1 उन्हें जड़ा डिस्टेंस कवर किया सिंगल डायरेक्शन दे विच सो अपने को राइट हैंड साइड वाले पासे मूव किया इस करके आपां नू पॉजिटिव लिया ठीक है सो कितना डिस्प्लेसमेंट हो गया x1 ठीक सो ए तो फिर वो वापस मुड़िया किथे आया B पॉइंट दे उत्ते किन्ने टाइम दे विच t2 टाइम दे उत्ते वो B दे उत्ते पहुंच गया ठीक है t2 टाइम ते पहुंचा ठीक है जिस तरह आपां कहिए भी इत्थे 3 वजे तुरिया ही ठीक है ते 3:30 इत्थे t1 टाइम दे उत्ते पहुंच गया फिर अपने को 3:45 जड़ा वो B पॉइंट दे उत्ते पहुंच गया ठीक है क्लीयर हो गई गल जो t2 टाइम दे उत्ते किथे आ गया B पॉइंट दे उत्ते आ गया सो किन्ना उन्हें डिस्टेंस जड़ा कवर किया x2 डिस्टेंस कवर किया ठीक पर किया किधरले पासे अपने को लेफ्ट हैंड साइड वाल ठीक है ਇਹਦਾ मतलब डिस्प्लेसमेंट ਜਿਹੜਾ ਆ t2 टाइम ਦੇ ਵਿੱਚ ਕਿੰਨਾ ਹੋਇਆ ਆਪਾਂ x1 ਜਿਹੜਾ ਕੀ ਆ ਉਹ ਪਹਿਲਾਂ ਸਿੱਧਾ ਗਏ ਹਾਂ ਤੇ ਵਾਪਸ ਆ ਗਏ x2 ਵਾਪਸ ਆਏ ਇਸ ਕਰਕੇ ਆਪਾਂ 네ਗੇਟਿਵ ਸਾਈਨ ਲਿਆ डायरेक्शन ਜਿਹੜੀ ਰਿਵਰਸ ਹੋ ਗਈ ਠੀਕ ਹੈ ਉਲਟ ਹੋ ਗਈ ਇਸ ਕਰਕੇ -x2 ਠੀਕ ਇਸੇ ਤਰ੍ਹਾਂ t3 टाइम ਦੇ ਉੱਤੇ ਫੇਰ ਆਪਾਂ ਕਿੱਥੇ ਆ ਗਏ ਉਹ ਪੁਆਇੰਟ ਦੇ ਉੱਤੇ ਆ ਠੀਕ ਜਿੱਥੋਂ ਚੱਲੇ ਸੀ ਉਸੇ ਪੁਆਇੰਟ ਦੇ ਉੱਤੇ ਦੁਬਾਰਾ ਆ ਗਏ ਯਾਨੀ ਕਿ ਜਿੰਨਾ ਆਪਾਂ ਗਾਂ ਗਏ ਹੀ ਉਨਾ ਹੀ ਪਿੱਛੇ ਆ ਗਏ ਨੈਟ ਡਿਸਪਲੇਸਮੈਂਟ ਕਿੰਨਾ ਹੋ ਗਿਆ 0 ਕੋਈ ਡਿਸਪਲੇਸਮੈਂਟ ਨਹੀਂ ਹੋਇਆ x3 डिस्टेंस ਉਹ ਆਪਾਂ ਪਿਛਾਂ ਆ ਗਏ ਹੋਰ ਠੀਕ ਹੈ ਸੋ t3 ਟਾਈਮ ਦੇ ਉੱਤੇ ਕਹਿ ਲਈਏ ਆਪਾਂ ਵੀ x1 ਗਾਂ ਗਏ ਹਾਂ x2 पिछा आ गए ते -x3 होर पिछा आ गए ठीक है ते टोटल कितना हो गया 0 उस पॉइंट के उत्ते पहुंच गए इस करके जिहड़ा कि डिस्प्लेसमेंट कितना हो गया 0 ਇਹਦਾ मतलब डिस्प्लेसमेंट साडे को सिर्फ कादे उत्ते डिपेंड करदा है ये डिपेंड्स अपॉन इनिशियल एंड फाइनल पोजीशन इनिशियल एंड फाइनल पोजीशन जे इनिशियल ते फाइनल पोजीशन किसी ऑब्जेक्ट दी सेम हैगी आ इट मीनस ते ओदा जिहड़ा कि अपने को डिस्प्लेसमेंट कितना होगा 0 होगा ठीक है जे अपने को इनिशियल पोजीशन ते फाइनल पोजीशन ऑब्जेक्ट दी सेम आ ते फिर आपां कहने आ भी उस ऑब्जेक्ट दा डिस्प्लेसमेंट कितना होगा 0 होगा ठीक है भी कोई ऑब्जेक्ट जिहड़ा इत्थों A पॉइंट तो स्टार्ट होया ठीक है वो घूम घम के फिर वापस जिहड़ा कि उस पॉइंट के उत्ते आ जाता है ठीक है तो यदा मतलब वह इनिशियल पॉइंट ते फाइनल पॉइंट सेम है ठीक तो फिर वह डिस्प्लेसमेंट कितना हो गया 0 डिस्टेंस जिहड़ा वो 0 नहीं होगा डिस्प्लेसमेंट 0 हो जाऊगा ठीक है डिस्टेंस आपां जिहड़ा केस कीता सी उहदे विच कितना आउंदा सी x1 + x2 + x3 ये जिहड़ा टोटल डिस्टेंस आया ही जिन्हों आप पाथ लेंथ कहा ही जां डिस्टेंस कह लो सेम चीज़ां आ ठीक है पर डिस्प्लेसमेंट जिहड़ा वो कितना हो गया 0 हो गया ठीक है वापस अपनी पोजीशन दे उत्ते पहुंच गया ही ऑब्जेक्ट इस करके डिस्प्लेसमेंट 0 ठीक क्लीयर हो गई ये गल हुण ये सारी डिस्कशन तो आपां की कनक्लूजन जिहड़ा कढदे हां तो पहली गल देखो डिस्टेंस कवर्ड होवे जां डिस्प्लेसमेंट होवे सो दोनों जिहड़ा विच की आ अपने को लेंथ ही कवर होण डई आ तो इस करके अपने को यूनिट्स दोवां दे की होणगे सेम होणगे ठीक है सो द डिस्प्लेसमेंट हैज यूनिट्स ऑफ लेंथ पाथ लेंथ दे यूनिट्स जिहड़े वही होणगे ठीक है नंबर 2 किसी भी टाइम इंटरवल दे विच डिस्प्लेसमेंट जिहड़ा आ वो की हो सकदा आ पॉजिटिव भी हो सकदा आ 0 भी हो सकदा आ और नेगेटिव भी हो सकदा है ठीक है पॉजिटिव किस तरह जे वो राइट हैंड साइड वाले पासे मूव करता पिया फिर आपां कहने आ भी डिस्प्लेसमेंट पॉजिटिव ठीक
जे वो ऑब्जेक्ट घूम के फिर जिहड़ा कि उस पोजीशन के उत्ते आ जाता आ ते फिर आपां कहने आ भी ओहदा डिसप्लेसमेंट 0। ते जे वो लैफ्ट साइड वाले पासे मूव करता आ ते फिर आपां कहने आ भी ओहदा डिसप्लेसमेंट कितना नैगेटिव है। ठीक है, ओके, इन्नी गल क्लीयर होगी। तीसरा अगे पॉइंट आ जाओ भी जिहड़ा डिस्टेंस एक्चुअल जिहड़ा मूव किया जाता है ऑब्जेक्ट के द्वारा, ठीक है, किसी भी टाइम इंटरवल दे विच जां ते वो जिहड़ा डिसप्लेसमेंट दे बराबर होऊगा ते जां वड्डा होऊगा। ठीक है, भी डिस्टेंस जिहड़ा की आ वो जां ते वड्डा हो सकदा आ किहदे नालों, डिसप्लेसमेंट दे नालों। ठीक है, ते जां की हो सकदा, बराबर हो सकदा। ओके, छोटा नहीं हो सकता, डिस्टेंस कदे भी छोटा नहीं हो सकता। हुण वेखो ऑब्जेक्ट जिहड़ा की आ एक पॉइंट आ ए ते आ दूसरा पॉइंट जिहड़ा की आ बी हैगा। ठीक है, ए तो बी तक किहड़े रस्ते थाणी जांदा, आ रस्ता घुम के ते फिर अपने को बी पॉइंट दे उत्ते आ। ठीक, ओके, ते डिसप्लेसमेंट विच की हुंदा आ कि सीधा डिस्टेंस। ठीक, शॉर्टेस्ट डिस्टेंस बिटवीन द टू पॉइंट्स इज कॉल्ड डिसप्लेसमेंट भी कह दिंदे। शॉर्टेस्ट कितना होगा, सीधा जिहड़ा डिस्टेंस होगा वो शॉर्टेस्ट डिस्टेंस होना है। ठीक है, उन्होंने डिसप्लेसमेंट कह देंगे। हुण देखो डिसप्लेसमेंट छोटा आ ते डिस्टेंस की आ वड्डा आ। ठीक, या वध तो वध जे ऑब्जेक्ट इसे स्ट्रेट लाइन दे अलोंग ही मूव करूगा ते फिर डिस्टेंस जिहड़ा डिसप्लेसमेंट दे बराबर हो सकता है। ठीक है, पर डिस्टेंस कदे भी डिसप्लेसमेंट तो छोटा नहीं हो सकता, जिहड़ा मर्जी तुसीं राह अख्तियार करके देख सकते। ठीक है, समझ लगी। सो डिसप्लेसमेंट की अपने को एक होर डेफिनेशन आ गई अपने को इत्थे भी द शॉर्टेस्ट डिस्टेंस बिटवीन द इनिशियल एंड द फाइनल पोजीशन। ठीक है, इनिशियल ते फाइनल पोजीशन दे विचकार जिहड़ा शॉर्टेस्ट डिस्टेंस आ वो की रिप्रजेंट करदा, डिसप्लेसमेंट नूं रिप्रजेंट करदा है। ठीक है, तो ये जिहड़ी की अपने को ए की होगी इनिशियल पोजीशन, ठीक है, ते बी की होगी फाइनल पोजीशन। ठीक, सो नेक्स्ट देखो अपने को फोर्थ अगे डिसप्लेसमेंट डज नॉट टेल एग्जैक्टली हाउ द ऑब्जेक्ट एक्चुअली मूव्ड बिटवीन द टू पॉइंट्स। ठीक है, कि डिस्प्ले आ अपने को मैं क्या है भी दो अपने को पॉइंट आ इन्हां दे विचकार ऑब्जेक्ट जा रहा आ। ठीक, तो आप कहिए भी डिसप्लेसमेंट जिहड़ा कितना आ गया अपने को ए बी डिसप्लेसमेंट जिहड़ा वो आप स्ट्रेट लाइन खिंच के रिप्रजेंट कर दिता भी ए बी डिसप्लेसमेंट आ गया। ते ए बी हुण इहदे डिस्टेंस कितना मूव कीता ए तो लैके बी तक जाण लग्या। ठीक है, हो सकदा उन्हें आ रस्ता अख्तियार कीता होवे। ठीक है, हो सकदा इहदे तो भी लंबा जिहड़ा रस्ता अख्तियार कीता होवे। ठीक है, ओके, सो डिसप्लेसमेंट के द्वारा ये जिहड़ी आ जजमेंट नहीं की जा सकती कि उन्हें किहड़ा रस्ता अख्तियार किया इनिशियल पोजीशन तो फाइनल पोजीशन तक जाण दे लगे। ठीक है, ओके, गल क्लीयर होगी। अगे अपने को पोजीशन टाइम ग्राफ आ, पोजीशन टाइम ग्राफ। पोजीशन ते टाइम दे विच दा ग्राफ, ग्राफ आपां कितना रिप्रजेंट करते हैं, दो एक्सिस दे नाल। ठीक है, एक इधरले पासे एक्सिस आ गई एक्स एक्सिस वाले पासे, एक वाई एक्सिस वाले जिहड़ा कि पासे आ गई। ठीक है, आ अपने को ओरिजिन आ गया। ओके, हुण सपोज कर लो भी अपने को एक्स एक्सिस वाले पासे आपां टाइम रख लैंदे आ ते दूजे पासे जिहड़ा आपां की रख लैंदे आ अपने को डिस्टेंस जिहड़ा वो रख लैंदे आ। ठीक है, ओके, हुण पोजीशन टाइम ग्राफ आपां स्टेशनरी ऑब्जेक्ट वास्ते ड्रा करना होवे ते फिर किस तरह ड्रा करांगे, व्हेन द ऑब्जेक्ट इज स्टेशनरी। ऑब्जेक्ट इज स्टेशनरी, जो ऑब्जेक्ट स्टेशनरी आ ते फिर इहदा मतलब वो टाइम दे नाल अपनी पोजीशन चेंज नहीं कर रहा। सो टाइम दे नाल आपां कहिए भी टाइम दे नाल अपने को पोजीशन आ टेबल जिहड़ा ड्रा करिए भी जीरो टाइम दे उत्ते ओहदी पोजीशन जिहड़ी किन्नी ही 5 मीटर सी। ठीक है,
1 ਸੈਕਿੰਡ ਦੇ ਉੱਤੇ ਫਿਰ ਉਹਦੀ ਪੋਜੀਸ਼ਨ 5 ਮੀਟਰ ਹੀ ਆਈ, 2 ਸੈਕਿੰਡ ਤੇ ਵੀ 5 ਮੀਟਰ ਆਈ, 3 ਸੈਕਿੰਡ ਤੇ ਵੀ ਕਿੰਨੀ ਆਈ 5 ਮੀਟਰ ਹੀ ਆਈ। ਠੀਕ, ਇਹਦਾ ਮਤਲਬ 0 ਦੇ ਉੱਤੇ ਜਿਹੜੀ ਉਹਦੀ 5 ਮੀਟਰ ਸੀ, ਆ 5 ਮੀਟਰ ਦਾ ਨਿਸ਼ਾਨ ਆ ਗਿਆ। ਠੀਕ ਹੈ, 1 ਸੈਕਿੰਡ ਦੇ ਉੱਤੇ ਉਹਦੀ ਪੋਜੀਸ਼ਨ ਫਿਰ ਕਿੰਨੀ ਸੀ 5, 2 ਸੈਕਿੰਡ ਦੇ ਉੱਤੇ ਉਹਦੀ ਪੋਜੀਸ਼ਨ ਕਿੰਨੀ ਹੈਗੀ ਫਿਰ 5, 3 ਸੈਕਿੰਡ ਦੇ ਉੱਤੇ ਉਹਦੀ ਪੋਜੀਸ਼ਨ ਕਿੰਨੀ ਹੈਗੀ ਸੀ ਫਿਰ 5। ਠੀਕ ਹੈ, ਸੋ ਇਹਦਾ ਮਤਲਬ ਜੇ ਆਪਾਂ ਇਹ ਗ੍ਰਾਫ ਪਲਾਟ ਕਰੀਏ ਤੇ ਇਹ ਆਪਣੇ ਕੋ ਕੀ ਹੁੰਦੀ ਆ ਸਟ੍ਰੇਟ ਲਾਈਨ। ਠੀਕ ਹੈ, ਸੋ ਸਾਰੇ ਪੁਆਇੰਟ ਜਦੋਂ ਆਪਾਂ ਮਿਲਾ ਦਿੰਨੇ ਆ ਤੇ ਉਹ ਕੀ ਬਣ ਜਾਂਦਾ ਸਟ੍ਰੇਟ ਲਾਈਨ ਬਣ ਜਾਂਦੀ ਹੈ। ਸੋ ਪੋਜੀਸ਼ਨ ਟਾਈਮ ਗ੍ਰਾਫ for the object when it is stationary that will be a straight line and parallel to the time axis। straight line graph बनूंगा। ठीक है, straight line graph बनूंगा but parallel to time axis, parallel to time axis किस केस दे विच when the object is stationary। ओके स्टूडेंट्स, दूसरा आगे केस देखो अपने को, नेक्स्ट केस B part, when the object possesses uniform motion, when the object possesses uniform motion। यूनीफॉर्म मोशन का की मतलब भी ऑब्जेक्ट की मोशन दे विच कोई चेंज नहीं आ रही, इको जी रहन रही है भी एक मतलब सेम टाइम इंटरवल दे विच सेम डिस्टेंस जिहड़ा कवर कीते जा रहे आ ते फिर आपां कहने आ भी ऑब्जेक्ट की मोशन की है यूनीफॉर्म मोशन आ। ठीक है, भी हर एक सैकेंड दे विच आपां कह लईए 5-5 मीटर का जिहड़ा डिस्टेंस कवर करन दी आ, पहले विच दूजे विच भी 5 मीटर का डिस्टेंस कवर कर लिया, फिर तीसरे विच भी 5 मीटर का डिस्टेंस कवर कर लिया। ਇਹੋ जी ਜਿਹੜੀ ਕੀ ਆ ਹਰੇਕ ਇੱਕ ਸੈਕਿੰਡ ਦੇ ਵਿੱਚ 5-5 ਮੀਟਰ ਦਾ ਜਿਹੜਾ ਡਿਸਟੈਂਸ ਕਵਰ ਕੀਤਾ ਜਾ ਰਿਹਾ, ਇਹੋ ਜੀ ਜਿਹੜੀ ਮੋਸ਼ਨ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਯੂਨੀਫਾਰਮ ਮੋਸ਼ਨ ਹੈ। ਕਲੀਅਰ ਹੋ ਗਈ ਗੱਲ? ਓਕੇ, ਸੋ ਜੇ ਆਪਾਂ ਗ੍ਰਾਫ ਪਲਾਟ ਕਰੀਏ ਤੇ ਉਹਦੇ ਵਾਸਤੇ ਟੇਬਲ ਆਪਣੇ ਕੋ ਕਿਸ ਤਰ੍ਹਾਂ ਦਾ ਬਣੂਗਾ ਵੀ 0 ਸੈਕਿੰਡ ਦੇ ਉੱਤੇ ਆਪਾਂ ਕਿਹਾ ਵੀ ਆਬਜੈਕਟ ਕਿੱਥੇ ਸੀ 0 ਦੇ ਉੱਤੇ ਹੀ। ਠੀਕ ਹੈ, ਪੋਜੀਸ਼ਨ ਉਹਦੀ ਕਿੰਨੀ ਸੀ 0। 1 ਸੈਕਿੰਡ ਦੇ ਉੱਤੇ ਉਹਦੀ ਪੋਜੀਸ਼ਨ ਕਿੰਨੀ ਆ ਗਈ 5। ਠੀਕ ਹੈ, 2 ਸੈਕਿੰਡ ਦੇ ਉੱਤੇ ਪੋਜੀਸ਼ਨ ਕਿੰਨੀ ਹੋ ਗਈ, ਪਹਿਲੇ 5 ਕਵਰ ਕੀਤਾ ਹੈ, ਫਿਰ ਅਗਲੇ ਵਿੱਚ 5 ਹੋਰ ਹੋ ਗਿਆ ਤੇ ਕਿੰਨੀ ਹੋ ਗਈ 10। 3 ਦੇ ਉੱਤੇ 15, 4 ਦੇ ਉੱਤੇ 20 ਹੋ ਗਈ। ਠੀਕ ਹੈ, ਹੁਣ ਗ੍ਰਾਫ ਜਿਹੜਾ ਕੀ ਆ ਪਲਾਟ ਕਰੀਏ ਆਪਾਂ, ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਉਹ ਕਿਸ ਤਰ੍ਹਾਂ ਦਾ ਬਣੂਗਾ। ਸੋ ਐਕਸ ਐਕਸਿਸ ਵਾਲੇ ਪਾਸੇ ਆਪਾਂ ਟਾਈਮ ਲੈ ਲਾਂਗੇ, वाई एक्सिस वाले जिहड़ा आपां पासे पोजीशन ले लांगे। ठीक है, तो ये पोजीशन टाइम ग्राफ आपां काहदे वास्ते बनाउणा यूनीफॉर्म मोशन वास्ते। सो 0 टाइम दे उत्ते पहला पोजीशन किन्नी ही 0। ठीक है, 1 सैकेंड दे उत्ते पोजीशन जिहड़ी किन्नी आ गई 5। ठीक है, 5 का निशान आ गया। ठीक, फिर उपरले पासे तुसीं 10 का निशान लगा लो। ठीक, फिर 15 का, फिर 20 का। ओके स्टूडेंट्स, सो ये अपने को 1 सैकेंड के उत्ते, इस तरह 2 सैकेंड ते, आ अपने को 3 सैकेंड ते। ठीक है, ते अगे नैक्सट 4 सैकेंड के उत्ते। तो 2 सैकेंड के उत्ते अपने को किन्नी आ गई उहदी पोजीशन 10। 3 सैकेंड के उत्ते पोजीशन उहदी किन्नी आ जाऊगी अपने को 15। ठीक है, 4 के उत्ते किन्नी आ जाऊगी आपां कह लीए 20 आ गई। ठीक है, सो ये देखो स्टूडेंट्स ग्राफ किस तरह का अपने को बनूगा, स्ट्रेट लाइन ग्राफ बनूगा सारे पॉइंटां दे विचों दी पास होके। ठीक है, तो ये स्ट्रेट लाइन ग्राफ जिहड़ा आ जांदा है, पर इहदे विच दैट इज इनकलाइंड टू द टाइम एक्सिस। ये काहदे इनकलाइंड है, टाइम एक्सिस दे इनकलाइंड होया पिया। ठीक है, स्टेशनरी दे केस विच पैरेलल आ रहा सी टाइम एक्सिस दे, पर इहदे की हो गया इनकलाइंड टू टाइम एक्सिस। टाइम एक्सिस ग्राफ जिहड़ा किस तरह का आ रहा अपने को पोजीशन टाइम यूनीफॉर्म मोशन के केस विच इनकलाइंड टू टाइम एक्सिस। ठीक है स्टूडेंट्स,
थर्ड केस अपने को when the object possesses varying motion, ਜਦੋਂ ਆਬਜੈਕਟ ਦੀ ਮੋਸ਼ਨ ਕੀ ਹੋਵੇ, ਵੇਅਰਿੰਗ ਹੋਵੇ। ਵੇਅਰਿੰਗ ਮਤਲਬ ਬਦਲ ਰਹੀ ਹੋਵੇ। ਠੀਕ ਹੈ, ਵੀ ਪਹਿਲੇ ਆਪਣੇ ਕੋ ਸੈਕਿੰਡ ਦੇ ਵਿੱਚ ਹੋਰ ਸੀ, ਜਿਸ ਤਰ੍ਹਾਂ ਮੈਂ ਉੱਪਰ ਐਗਜ਼ਾਮਪਲ ਦਿੱਤੀ ਸੀ ਆਪਣੀ। ਠੀਕ ਹੈ, ਵੀ ਪਹਿਲੇ ਸੈਕਿੰਡ ਵਿੱਚ ਆਪਾਂ ਕਹਿ ਦਿੱਤਾ ਵੀ ਆਪਣੇ ਕੋ 5 ਮੀਟਰ ਦੀ ਜਿਹੜੀ ਆ ਉਹਨੇ ਪਾਥ ਕਵਰ ਕਰ ਲਿਆ। ਦੂਜੇ ਸੈਕਿੰਡ ਦੇ ਵਿੱਚ ਉਹਨੇ ਕਿੰਨਾ ਕਵਰ ਕੀਤਾ, 4 ਮੀਟਰ। ਠੀਕ ਹੈ, ਬਦਲ ਗਈ ਨਾ। ਠੀਕ ਹੈ, ਅਗਲਾ ਸੈਕਿੰਡ, ਅਗਲਾ ਦੂਜਾ ਸੈਕਿੰਡ ਦਾ ਮਤਲਬ 1 ਸੈਕਿੰਡ। ਠੀਕ ਹੈ, ਸੋ 1 ਸੈਕਿੰਡ ਵਿੱਚ ਫਿਰ ਉਹਨੇ ਅਗਲੇ 1 ਸੈਕਿੰਡ ਵਿੱਚ 4 ਮੀਟਰ ਡਿਸਟੈਂਸ ਕਵਰ ਕੀਤਾ। ਉਤੋਂ ਅਗਲੇ ਸੈਕਿੰਡ ਵਿੱਚ ਫਿਰ ਨੈਕਸਟ ਅਗਲੇ ਸੈਕਿੰਡ ਵਿੱਚ ਆਪਾਂ ਕਹਿਤਾ 6 ਮੀਟਰ ਦਾ ਡਿਸਟੈਂਸ ਕਵਰ ਕੀਤਾ। ਠੀਕ ਹੈ, ਓਕੇ। ਫਿਰ ਉਤੋਂ ਅਗਲੇ ਨੈਕਸਟ ਸੈਕਿੰਡ ਦੇ ਵਿੱਚ ਆਪਾਂ ਕਹਿ ਦਿੱਤਾ ਉਹਨੇ ਕਿੰਨਾ ਕਵਰ ਕੀਤਾ, 4 ਮੀਟਰ ਦਾ ਡਿਸਟੈਂਸ ਫਿਰ ਕਵਰ ਕੀਤਾ। ਫਿਰ ਉਤੋਂ ਨੈਕਸਟ ਅਗਲੇ ਸੈਕਿੰਡ ਵਿੱਚ 3 ਮੀਟਰ ਦਾ ਡਿਸਟੈਂਸ ਕਵਰ ਕੀਤਾ। ਠੀਕ ਹੈ, ਗੱਲ ਕਲੀਅਰ ਹੋ ਗਈ। ਸੋ ਇਹ ਆਪਾਂ ਜੇ ਪੋਜੀਸ਼ਨ ਤੇ ਟਾਈਮ ਦੇ ਵਿਚਕਾਰ ਟੇਬਲ ਡਰਾ ਕਰੀਏ ਤੇ ਟੇਬਲ ਕਿਸ ਤਰ੍ਹਾਂ ਦਾ ਬਣੂਗਾ। ਠੀਕ ਹੈ, ਦੇਖੋ 0 ਦੇ ਉੱਤੇ ਜਿਹੜਾ ਕੀ ਆਪਣੇ ਕੋ ਪਹਿਲਾਂ 0 ਸੀ। ਠੀਕ, 1 ਸੈਕਿੰਡ ਦੇ ਉੱਤੇ ਕਿੰਨਾ ਹੋ ਗਿਆ, 5। 2 ਸੈਕਿੰਡ ਦੇ ਉੱਤੇ ਕਿੰਨਾ ਹੋ ਗਿਆ, 5 ਚ 4 9 ਹੋ ਗਿਆ। 3 ਸੈਕਿੰਡ ਦੇ ਉੱਤੇ ਕਿੰਨਾ ਹੋ ਗਿਆ, 9 ਤੇ 6 15। 4 ਸੈਕਿੰਡ ਤੇ ਕਿੰਨਾ ਹੋ ਗਿਆ ਆਪਣੇ ਕੋ 19। ਠੀਕ, ਤੇ 5 ਸੈਕਿੰਡ ਦੇ ਉੱਤੇ ਕਿੰਨਾ ਹੋ ਜਾਂਦਾ ਆ, 19 ਤੇ 3 22। ਠੀਕ, ਸੋ ਇਹ ਗ੍ਰਾਫ ਜੇ ਆਪਾਂ ਪਲੋਟ ਕਰੀਏ ਆਪਣੇ ਕੋ ਪੋਜੀਸ਼ਨ ਟਾਈਮ ਗ੍ਰਾਫ। ਠੀਕ, ਐਕਸ ਐਕਸਿਸ ਦੇ ਅਲੋਂਗ ਆਪਾਂ ਟਾਈਮ ਲੈ ਲਿਆ ਤੇ ਵਾਈ ਐਕਸਿਸ ਦੇ ਅਲੋਂਗ ਕੀ ਲੈ ਲਿਆ, ਪੋਜੀਸ਼ਨ ਲੈ ਲਈ। ਠੀਕ ਹੈ, ਓਰੀਜਨ ਆ ਗਿਆ ਉਹਦੇ ਉੱਤੇ। ਸੋ ਪਹਿਲਾਂ ਜਿਹੜਾ ਕੀ ਹੈ t = 0 ਟਾਈਮ ਦੇ ਉੱਤੇ ਪੋਜੀਸ਼ਨ ਵੀ 0। ਸੋ 1 ਟਾਈਮ ਦੇ ਉੱਤੇ ਜਿਹੜਾ ਆਪਣੇ ਕੋ ਪੋਜੀਸ਼ਨ, ਠੀਕ ਹੈ, 1 ਸੈਕਿੰਡ ਦੇ ਉੱਤੇ ਪੋਜੀਸ਼ਨ ਕਿੰਨੀ ਆਪਣੇ ਕੋ, ਆਪਾਂ 5 ਲੈ ਲਈ। ਠੀਕ ਹੈ, ਆ 5 ਹੋ ਗਈ। ਫਿਰ ਬਾਅਦ ਚੋਂ ਕਿੰਨੀ ਆ, 9। ਠੀਕ, ਫਿਰ ਕਿੰਨੀ ਆ, 15। ਠੀਕ ਹੈ, ਫਿਰ ਆਪਣੇ ਕੋ ਜਿਹੜੀ ਪੋਜੀਸ਼ਨ ਕਿੰਨੀ ਆ ਗਈ, 19। 15 ਤੇ 4 19। ਠੀਕ, ਫਿਰ 22। ਓਕੇ, ਸੋ 1 ਸੈਕਿੰਡ ਤੇ 2 ਸੈਕਿੰਡ ਤੇ 3 ਸੈਕਿੰਡ ਤੇ 4 ਸੈਕਿੰਡ ਤੇ 5 ਸੈਕਿੰਡ ਤੇ। ਠੀਕ, ਸੋ ਪਹਿਲੇ ਆਪਣੇ ਕੋ ਹੋ ਗਈ 5, ਦੂਜੇ ਸੈਕਿੰਡ ਦੇ ਉੱਤੇ ਆ ਗਈ 9। ਠੀਕ ਹੈ, ਇੱਥੇ ਆ ਗਈ। ਤੀਸਰੇ ਸੈਕਿੰਡ ਦੇ ਉੱਤੇ ਜਿਹੜੀ ਆ ਉਹ ਆਪਣੇ ਕੋ 15 ਹੋ ਗਈ। ਠੀਕ, ਚੌਥੇ ਸੈਕਿੰਡ ਦੇ ਉੱਤੇ ਜਿਹੜੀ ਆਪਣੇ ਕੋ 19 ਹੋ ਗਈ। ਠੀਕ, ਤੇ ਪੰਜਵੇਂ ਸੈਕਿੰਡ ਦੇ ਉੱਤੇ 22 ਹੋ ਗਈ। ਠੀਕ ਹੈ ਸਟੂਡੈਂਟਸ, ਸੋ ਗ੍ਰਾਫ ਆਪਣੇ ਕੋ ਦੇਖੋ ਟੇਢਾ ਮੇਢਾ ਜਿਹਾ ਬਣਦਾ। ਠੀਕ ਹੈ, ਪਹਿਲਾਂ ਤਾਂ ਜਾ ਰਿਹਾ, ਫਿਰ ਥੋੜਾ ਜਿਹਾ ਠਾਂ ਆ ਗਿਆ, ਫਿਰ ਤਾਂ ਚਲੇ ਗਿਆ, ਫਿਰ ਠਾਂ ਆ ਗਿਆ, ਫਿਰ ਠਾਂ ਆ ਗਿਆ। ਓਕੇ, ਸੋ ਇਹ ਗ੍ਰਾਫ ਜਿਹੜਾ ਕੀ ਹੈ ਸਟ੍ਰੇਟ ਲਾਈਨ ਨਹੀਂ ਬਣਦਾ ਪਿਆ। ਠੀਕ, ਵੇਰੀ ਕਰਦਾ ਪਿਆ। ਓਕੇ, ਸੋ ਇਹਦੇ ਕੇਸ ਦੇ ਵਿੱਚ ਜਦੋਂ ਆਪਣੇ ਕੋ ਵੇਅਰਿੰਗ ਮੋਸ਼ਨ ਹੋਵੇ ਉਦੋਂ ਪੋਜੀਸ਼ਨ ਟਾਈਮ ਗ੍ਰਾਫ ਸਟ੍ਰੇਟ ਨਹੀਂ ਬਣੂਗਾ। ਜਿਸ ਤਰ੍ਹਾਂ ਦਾ ਆਪਾਂ ਫਿਗਰ ਦੇ ਵਿੱਚ ਦਿਖਾਇਆ ਆ ਉਸ ਤਰ੍ਹਾਂ ਦਾ ਜਿਹੜਾ ਆਪਣੇ ਕੋ ਬਣੂਗਾ। ਨੈਕਸਟ ਦੇਖੋ ਆਪਣੇ ਕੋ ਸਪੀਡ ਐਂਡ ਵੈਲੋਸਿਟੀ। ਸਪੀਡ ਐਂਡ ਵੈਲੋਸਿਟੀ। ਸਟੂਡੈਂਟ ਸਭ ਤੋਂ ਪਹਿਲਾਂ ਸਪੀਡ ਕੀ ਹੁੰਦਾ। ਸਪੀਡ ਜਿਹੜੀ ਆ ਟਾਈਮ ਰੇਟ ਆਫ ਕਵਰਿੰਗ ਦਾ ਡਿਸਟੈਂਸ ਬਾਈ ਐਨ ਆਬਜੈਕਟ। ਠੀਕ ਹੈ, ਕਿੰਨਾ ਡਿਸਟੈਂਸ ਉਹਨੇ ਕਵਰ ਕੀਤਾ ਕਿੰਨੇ ਟਾਈਮ ਦੇ ਵਿੱਚ, that represents the speed of the object। ਠੀਕ, ਇਹ ਆਪਣੇ ਕੋ ਜਿਹੜੀ ਕੁਆਂਟੀਟੀ ਹੁੰਦੀ ਆ ਇਹ ਸਕੇਲਰ ਕੁਆਂਟੀਟੀ ਹੁੰਦੀ ਹੈ। ਸਪੀਡ ਜਿਹੜੀ ਕਿਹੜੀ ਕੁਆਂਟੀਟੀ ਆ, ਸਕੇਲਰ ਕੁਆਂਟੀਟੀ ਆ। ਔਰ ਇਹਦੇ ਯੂਨਿਟਸ ਕੀ ਹੋਣਗੇ, ਡਿਸਟੈਂਸ ਦੇ ਯੂਨਿਟ ਕੀ ਹੁੰਦੇ ਆ, ਮੀਟਰ, ਤੇ ਟਾਈਮ ਦੇ ਹੋ ਗਏ ਸੈਕਿੰਡ। ਠੀਕ,
ਇਹਦਾ ਮਤਲਬ ਇਹ ਆ ਗਿਆ ਮੀਟਰ ਪਰ ਸੈਕਿੰਡ ਇਨ SI ਸਿਸਟਮ। ਦੂਸਰੇ ਆਪਣੇ ਕੋ CGS ਸਿਸਟਮ ਹੁੰਦਾ ਆ। CGS ਸਿਸਟਮ ਦੇ ਵਿੱਚ ਆਪਣੇ ਕੋ ਡਿਸਟੈਂਸ ਦੇ ਸੈਂਟੀਮੀਟਰ ਤੇ ਸੈਕਿੰਡ ਜਿਹੜੇ ਟਾਈਮ ਦੇ। CGS ਸਿਸਟਮ ਦੇ ਵਿੱਚ ਆਪਣੇ ਕੋ ਯੂਨਿਟ ਕੀ ਆ ਗਏ ਸੈਂਟੀਮੀਟਰ ਪਰ ਸੈਕਿੰਡ, ਠੀਕ ਹੈ। ਔਰ ਇਹਦੀ ਡਾਇਮੈਂਸ਼ਨਲ ਫਾਰਮੂਲਾ ਕੀ ਹੋਊਗਾ, ਡਾਇਮੈਂਸ਼ਨਲ ਫਾਰਮੂਲਾ, ਠੀਕ ਹੈ। ਹੁਣ ਸਾਰਿਆਂ ਦੇ ਆਪਾਂ ਨਾਲ ਨਾਲ ਜਿਹੜੇ ਡਾਇਮੈਂਸ਼ਨਲ ਫਾਰਮੂਲੇ ਵੀ ਕਰੀ ਜਾਣੀਆਂ, ਜਿੰਨੀਆਂ ਵੀ ਬੇਸਿਕ ਕੁਆਂਟੀਟੀਆਂ ਆਉਣਗੀਆਂ ਅੱਗੇ ਆਪਾਂ ਡਾਇਮੈਂਸ਼ਨਲ ਫਾਰਮੂਲਾ ਕਰਦੇ ਜਾਵਾਂਗੇ। ਮਾਸ ਤੇ ਇਹਦੇ ਵਿੱਚ ਹੈ ਨਹੀਂ, 0 ਹੋ ਗਿਆ। ਲੈਂਥ ਹੈਗੀ ਯਾਨੀ ਕਿ ਡਿਸਟੈਂਸ ਹੈਗਾ, ਮੀਟਰ ਹੈਗਾ, ਮੀਟਰ ਦੀ ਪਾਵਰ 1, ਠੀਕ ਹੈ। ਸੈਕਿੰਡ ਕਿਹਦਾ ਆ, ਟਾਈਮ ਦਾ, ਟਾਈਮ ਦੀ ਪਾਵਰ ਕਿੰਨੀ ਹੋ ਗਈ -1। ਟਾਈਮ ਦੀਆਂ ਡਾਇਮੈਂਸ਼ਨਸ ਆ ਗਈਆਂ -1, ਮੀਟਰ ਦੀਆਂ ਡਾਇਮੈਂਸ਼ਨਸ ਜਿਹੜੀਆਂ ਆਪਣੇ ਕੋਲ ਲੈਂਥ ਦੀਆਂ 1, ਠੀਕ ਹੈ। ਸੋ m0 l1 t -1 ਇਹ ਕੀ ਆ ਗਿਆ ਡਾਇਮੈਂਸ਼ਨਲ ਫਾਰਮੂਲਾ ਆ ਗਿਆ ਆਪਣੇ ਕੋਲ ਸਪੀਡ ਦਾ, ਠੀਕ ਹੈ ਸਟੂਡੈਂਟਸ। ਅੱਗੇ ਆਪਣੇ ਕੋ ਆ ਗਈ ਵੈਲੋਸਿਟੀ। ਵੈਲੋਸਿਟੀ ਕੀ ਹੁੰਦੀ ਆ, ਸਪੀਡ ਆਫ ਦਾ ਆਬਜੈਕਟ ਇਨ ਪਾਰਟਿਕੂਲਰ ਡਾਇਰੈਕਸ਼ਨ। ਸਪੀਡ ਜਿਹੜੀ ਆ ਨਾਲ ਉਹਦੇ ਜਿਹੜਾ ਪਾਰਟਿਕੂਲਰ ਡਾਇਰੈਕਸ਼ਨ ਹੋਵੇ, ਠੀਕ ਹੈ। ਸਪੀਡ ਇਨ ਪਾਰਟਿਕੂਲਰ ਡਾਇਰੈਕਸ਼ਨ ਇਜ਼ ਕਾਲਡ ਵੈਲੋਸਿਟੀ। ਸਪੀਡ ਦਾ ਕੱਲਾ ਆਪਣੇ ਕੋ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਸਕੇਲਰ ਕੁਆਂਟੀਟੀ ਹੈ, ਇਸ ਕਰਕੇ ਇਹਦਾ ਕੱਲਾ ਮੈਗਨੀਚਿਊਡ ਹੀ ਹੋਊਗਾ, ਇਹਦੀ ਡਾਇਰੈਕਸ਼ਨ ਨਹੀਂ ਹੁੰਦੀ। ਤੇ ਜੇ ਆਪਾਂ ਸਪੀਡ ਦੇ ਨਾਲ ਡਾਇਰੈਕਸ਼ਨ ਲੈ ਲਈਏ ਤੇ ਉਹ ਕੀ ਬਣ ਜਾਂਦੀ, ਵੈਲੋਸਿਟੀ ਬਣ ਜਾਂਦੀ। ਓਕੇ, ਗੱਲ ਕਲੀਅਰ ਹੋ ਗਈ ਕਿ ਨਹੀਂ। ਸੋ ਇਹ ਆਪਣੇ ਕੋ ਵੈਲੋਸਿਟੀ ਜਿਹੜੀ ਆ ਉਹ ਕਾਹਦੇ ਬਰਾਬਰ ਹੁੰਦੀ ਆ, ਡਿਸਪਲੇਸਮੈਂਟ ਓਵਰ ਟਾਈਮ ਦੇ ਬਰਾਬਰ। ਡਿਸਪਲੇਸਮੈਂਟ ਓਵਰ ਟਾਈਮ, ਠੀਕ ਹੈ। ਸੋ ਡਿਸਟੈਂਸ ਜੇ ਆਪਾਂ ਨਾਲ ਡਾਇਰੈਕਸ਼ਨ ਲੈ ਲੈਂਦੇ ਆ ਤੇ ਉਹ ਕੀ ਬਣ ਜਾਂਦਾ, ਡਿਸਪਲੇਸਮੈਂਟ ਬਣ ਗਿਆ, ਤੇ ਟਾਈਮ ਤੇ ਥੱਲੇ ਰਹਿਣਾ ਹੀ ਰਹਿਣਾ। ਸੋ ਵੈਲੋਸਿਟੀ ਕਿਹਦੇ ਬਰਾਬਰ ਆ ਗਈ, ਡਿਸਪਲੇਸਮੈਂਟ ਓਵਰ ਟਾਈਮ ਦੇ ਬਰਾਬਰ ਆ ਗਈ। ਇਹ ਆਪਣੇ ਕੋ ਵੈਕਟਰ ਕੁਆਂਟੀਟੀ ਬਣ ਜਾਂਦੀ। ਫਿਰ ਇਹ ਕਿਹੜੀ ਕੁਆਂਟੀਟੀ ਬਣ ਜਾਂਦੀ ਆ, ਵੈਕਟਰ ਕੁਆਂਟੀਟੀ ਬਣ ਜਾਂਦੀ ਹੈ, ਠੀਕ। ਉਹ ਇਹਦੇ ਯੂਨਿਟ ਕੀ ਆਉਣਗੇ, ਉਹੋ ਹੀ ਯੂਨਿਟ ਹੋਣਗੇ ਜੋ ਸਪੀਡ ਦੇ ਯੂਨਿਟ ਹੁੰਦੇ ਆ। ਡਿਸਟੈਂਸ ਤੇ ਡਿਸਪਲੇਸਮੈਂਟ ਦੇ ਯੂਨਿਟ ਸੇਮ ਹੁੰਦੇ ਆ, ਮੀਟਰ ਹੁੰਦੇ ਆ। ਇਹਦੇ ਵੀ ਆਪਣੇ ਕੋ ਯੂਨਿਟ ਕੀ ਹੋਣਗੇ, ਮੀਟਰ ਪਰ ਸੈਕਿੰਡ SI ਸਿਸਟਮ ਦੇ ਵਿੱਚ ਤੇ ਸੈਂਟੀਮੀਟਰ ਪਰ ਸੈਕਿੰਡ CGS ਸਿਸਟਮ ਦੇ ਵਿੱਚ ਹੋਣਗੇ। ਸੋ ਨੈਕਸਟ ਅੱਗੇ ਆਪਣੇ ਕੋ ਪੁਆਇੰਟਸ ਰਿਗਾਰਡਿੰਗ ਸਪੀਡ ਐਂਡ ਵੈਲੋਸਿਟੀ। ਸੋ ਆਪਾਂ ਪੁਆਇੰਟਸ ਅੱਗੇ ਡਿਸਕਸ ਕਰਾਂਗੇ ਸਪੀਡ ਤੇ ਵੈਲੋਸਿਟੀ ਦੇ ਸੰਬੰਧ ਵਿੱਚ। ਫਸਟ ਪੁਆਇੰਟ ਆਪਣੇ ਕੋ ਸਪੀਡ ਜਿਹੜੀ ਆ that is a scalar quantity। ਸਪੀਡ ਮੈਂ ਕੀ ਦੱਸਿਆ ਸੀ, ਸਕੇਲਰ ਕੁਆਂਟੀਟੀ ਹੁੰਦੀ ਆ, ਠੀਕ। ਸੋ ਇਹ ਆਪਣੇ ਕੋ ਸਿਰਫ ਜੇ ਆਪਾਂ ਵੈਲੋਸਿਟੀ ਦਾ ਮੈਗਨੀਚਿਊਡ ਹੀ ਲੈ ਲਈਏ, ਠੀਕ ਹੈ, ਡਾਇਰੈਕਸ਼ਨ ਨਾ ਲਈਏ ਤੇ ਉਹਨੂੰ ਆਪਾਂ ਕਹਿ ਦਿੰਦੇ ਵੀ ਇਹ ਸਪੀਡ ਹੋ ਗਈ। ਸਪੀਡ ਕਿਹਦੇ ਬਰਾਬਰ ਹੁੰਦੀ ਆ, that is equal to the magnitude of velocity। ਆ ਦੋ ਜਿਹੜੇ ਮੈਂ ਆਸੇ ਪਾਸੇ ਜਿਹੜੇ ਆਪਣੇ ਕੋਲ ਲਾਈਨਾਂ ਡਰਾ ਕੀਤੀਆਂ ਆ, ਇਹਨੂੰ ਕਹਿੰਦੇ ਮੈਗਨੀਚਿਊਡ, ਠੀਕ ਹੈ। ਆ ਮੈਗਨੀਚਿਊਡ, ਸੋ ਮੈਗਨੀਚਿਊਡ ਆਪਾਂ ਵੈਲੋਸਿਟੀ ਦਾ ਲੈ ਲਈਏ ਤੇ ਉਹ ਕੀ ਬਣ ਜਾਂਦੀ, ਸਪੀਡ ਬਣ ਜਾਂਦੀ ਹੈ, ਠੀਕ ਹੈ। ਓਕੇ, ਦੂਸਰਾ ਆਪਣੇ ਕੋ ਜੇ ਸਪੀਡ ਦੇ ਨਾਲ ਡਾਇਰੈਕਸ਼ਨ ਆਪਾਂ ਲੈ ਲਈਏ, ਸਪੀਡ ਆਫ ਦਾ ਆਬਜੈਕਟ ਇਨ ਪਾਰਟਿਕੂਲਰ ਡਾਇਰੈਕਸ਼ਨ, ਜੇ ਸਪੀਡ ਦੇ ਨਾਲ ਡਾਇਰੈਕਸ਼ਨ ਆ ਜਾਂਦੀ ਹੈ ਤੇ ਉਹ ਕੀ ਬਣ ਜਾਂਦੀ, ਵੈਲੋਸਿਟੀ ਬਣ ਜਾਂਦੀ ਹੈ, ਠੀਕ ਹੈ। ਉਲਟੀ ਗੱਲ ਹੋ ਗਈ ਨਾ ਪਹਿਲੇ ਪੁਆਇੰਟ ਨਾਲੋਂ, ਵੀ ਜੇ ਕੱਲਾ ਮੈਗਨੀਚਿਊਡ ਲਿਆ ਵੈਲੋਸਿਟੀ ਦਾ ਤੇ ਉਹ ਸਪੀਡ ਹੋ ਗਈ, ਤੇ ਜੇ ਸਪੀਡ ਦੇ ਨਾਲ ਡਾਇਰੈਕਸ਼ਨ ਲੈ ਲੈਂਦੇ ਤੇ ਉਹ ਕੀ ਹੋ ਗਈ, ਵੈਲੋਸਿਟੀ ਹੋ ਗਈ, ਠੀਕ ਹੈ। ਕਲੀਅਰ ਹੋ ਗਈ ਗੱਲ। ਅੱਗੇ ਥਰਡ ਪੁਆਇੰਟ ਦੇ ਉੱਤੇ ਆਓ, ਠੀਕ। ਆਪਾਂ ਵੈਲੋਸਿਟੀ ਆਬਜੈਕਟ ਦੀ ਜਿਹੜੀ ਆ ਉਹਨੂੰ ਪੋਜ਼ਿਟਿਵ ਲੈਂਦੇ ਆ ਜਦੋਂ ਉਹ ਰਾਈਟ ਹੈਂਡ ਸਾਈਡ ਵਾਲੇ ਪਾਸੇ ਨੂੰ ਮੂਵ ਕਰਦੀ ਹੈ, ਠੀਕ ਹੈ। ਓਰੀਜਨ ਤੋਂ ਜੇ ਰਾਈਟ ਹੈਂਡ ਸਾਈਡ ਵਾਲੇ ਪਾਸੇ ਮੂਵ ਕਰੇ ਤੇ ਵੈਲੋਸਿਟੀ ਪੋਜ਼ਿਟਿਵ, ਜੇ ਓਰੀਜਨ ਤੋਂ ਲੈਫਟ ਹੈਂਡ ਵਾਲੇ ਪਾਸੇ ਜਿਹੜਾ ਮੂਵ ਕਰੇ ਤੇ ਫਿਰ ਆਪਾਂ ਕਹਿੰਦੇ ਇਹ ਕੀ ਹੋਊਗੀ, ਨੈਗੇਟਿਵ, ਠੀਕ ਹੈ। ਸੋ ਜੇ ਆਪਣੇ ਕੋ ਵੈਲੋਸਿਟੀ ਜਿਹੜੀ ਆ 0 ਵੀ ਹੋ ਸਕਦੀ ਆ। ਵੈਲੋਸਿਟੀ 0 ਦਾ ਕੀ ਮਤਲਬ, ਵੀ ਆਬਜੈਕਟ ਜਿਹੜਾ ਕੀ ਆ ਰੈਸਟ ਦੀ ਸਟੇਟ ਦੇ ਵਿੱਚ, ਜਦ ਕਿ ਸਪੀਡ ਜਿਹੜੀ ਆ ਉਹ ਕੀ ਹੁੰਦੀ ਆ, ਪੋਜ਼ਿਟਿਵ ਹੁੰਦੀ ਆ ਜਾਂ 0 ਹੋ ਸਕਦੀ ਆ। 0 ਮਤਲਬ ਜਦੋਂ ਸਪੀਡ ਜਿਹੜੀ ਆਬਜੈਕਟ ਦੀ 0 ਉਦੋਂ ਹੁੰਦੀ ਆ ਜਦੋਂ ਉਹ ਰੈਸਟ ਦੀ ਸਟੇਟ ਵਿੱਚ ਹੋਵੇ, ਠੀਕ ਹੈ।
स्टूडेंट्स नेक्स्ट अपने को फोर्थ पॉइंट, स्पीड ओनली टेल्स अबाउट द हाउ फास्ट द ऑब्जेक्ट इज मूविंग, हाउ फास्ट द ऑब्जेक्ट इज मूविंग, किन्नी तेज जिहड़ा की आ मूव करदा पिया ऑब्जेक्ट, ਉਹਦੇ ਬਾਰੇ ਹੀ ਜਿਹੜੀ ਦੱਸਦੀ ਆ ਕਿਹੜੀ ਡਾਇਰੈਕਸ਼ਨ ਵਿੱਚ ਜਾ ਰਿਹਾ ਆ, ਉਹਦੇ ਬਾਰੇ ਸਪੀਡ ਜਿਹੜੀ ਬਿਲਕੁਲ ਨਹੀਂ ਦੱਸਦੀ। ਠੀਕ ਹੈ, ਸੋ ਡਾਇਰੈਕਸ਼ਨ ਬਾਰੇ ਜਿਹੜਾ ਇਹ ਸਪੀਡ ਜਿਹੜੀ ਆ ਬਿਲਕੁਲ ਨਹੀਂ ਦੱਸਦੀ। ਓਕੇ, ਅੱਗੇ ਫਿਫਥ ਪੁਆਇੰਟ ਦੇਖੋ, ਫਿਫਥ ਪੁਆਇੰਟ ਆਪਣੇ ਕੋ स्पीड ऑफ एन ऑब्जेक्ट हैज द सेम यूनिट्स, यूनिट्स की है सेम, वेलोसिटी दे भी ते अपने को स्पीड दे भी, वेलोसिटी एंड स्पीड हैज सेम यूनिट्स। तो SI सिस्टम विच मीटर पर सैकेंड वेलोसिटी दे ते मीटर पर सैकेंड ही स्पीड दे यूनिट हुंदे। स्टूडेंट्स मैनूं उम्मीद है कि तुहानूं अज दा लैक्चर जरूर समझ लगा होगा। जे तुहानूं मेरे लैक्चर समझ लग रहे हैं प्लीज़ लाइक ते सबसक्राइब जरूर करियो। थैंक यू वेरी मच।